जी जंत सब तेरया तू रहा समाई, जो दास तेरे की निंदा करे तिस मार पचाई। चिंता छड़ अचिंतरा नानक लग पाई। सासन जगत के बोलना सतनाम श्री। कारोबार संकोच रहे हुए आप दूर दराज तो इस नुक्कड़ विच सारे ही अज पूर्णमासी का दिहाड़ा मनाने वास्ते पहुंचे हो, सत्संग कर रहे हो, जिसका मैं हमेशा ही बेनती करदा कि सत्संग का बहुत बड़ा फल होया करदा है जे सही ढंग दे नाल कीती जाए। ਉਹਦੇ वास्ते पहला तुरंदिया जद घर तो मन में श्रद्धा होनी चाहिए भी मैं गुरु के दरबार च जा रहा, अज मेरिया झोलियां भर जानियां, जो कुछ मैं मंगना मैनू मिल जाना। ऐ नेचा धार के पहला कदम पटो, फिर हो नहीं सकता कि ना मिले कुछ। जे पाटी हुई झोली लियाओगे चलते तो हाँ फलाने थों भी गए सी, फलाने थों भी गए सी, उत्थे कुछ नहीं होया, फलाने थों गए सी उत्थे कुछ नहीं होया। ओदी झोली जिहड़ी है पाटी हुई हुंदी है, गुरु तो दिंदा लेकिन उहदे कोल सांभण जोगी ताकत नहीं हुंदी, वो खाली मुड़ जाया कर। दूसरा ये हुंदा है कि इत्थे आके जदों गुरु नूं नमस्कार करनी है तो पूरी निमरता दे नाल शीस लाउणा है, ते जदों गुरु दे चरनां दे नाल शीस लगेगा उस वेले माड़े लेख मिट जाणगे। जिहड़े विघन पा रहे ने, घाटे पा रहे ने, दुखी कर रहे ने, चिंता साडे विच लिया रहे ने, कलेश साडे विच लिया रहे ने, जिन्हां करके असीं परेशान हो रहे हैं, दुख पा रहे हैं, उन्हां दे जिवें तिखे कंडियां दे मूँह किसी सख्त चीज़ नाल लग जाण ते वो टुट जाया करते हैं, ऐसे तरह पापां दे मूँह जिहड़े तिखे ने वो फुंडे पै जांदे। ते उस ते बाद निमरता दे नाल जिथे थां मिलदा बैठ के चित्त नूं इकागर करो। आ गल सारिआं नालों औखी है जिहदे बारे बार बार सानू महाराज तकीर करदे ने। जस करो वाहिगुरु दा प्यारी चित्त नूं इकागर करके, करो वाहिगुरु दा प्यारी चित्त नूं इकागर
की उस्तत करो संत मीत सावधान एकाग्र चीत। ਇਹਨੂੰ ਮਨ ਵਿੱਚ ਵਸਾ ਲਓ ਇੱਕ ਤੁਕ ਨੂੰ ਕਿ ਸਾਵਧਾਨ ਵੀ ਹੋਣਾ ਹੈ ਤੇ ਚਿੱਤ ਨੂੰ ਇਕਾਗਰ ਵੀ ਕਰਨਾ ਹੈ। ਇਹ ਕੋਈ ਔਖੀਆਂ ਗੱਲਾਂ ਨਹੀਂ, ਛੋਟੇ ਦੇ ਛੋਟੇ ਦਿਮਾਗ ਵਾਲੇ ਨੂੰ ਇਹ ਗੱਲਾਂ ਸਮਝ ਆ ਜਾਂਦੀਆਂ ਵੀ ਚਿੱਤ ਦੀ ਇਕਾਗਰਤਾ ਕੀ ਹੁੰਦੀ ਹੈ। ਇੱਕ ਪ੍ਰੇਮੀ ਹੈ, ਬੀਬੀ ਨੇ ਪ੍ਰਸ਼ਾਦਾ ਬਣਾ ਕੇ ਅੱਗੇ ਰੱਖ ਦਿੱਤਾ, ਛਕੋ ਜੀ। ਘਰ ਵਾਲਾ ਬਾਹਰੋਂ ਆਇਆ ਤੇ ਪ੍ਰਸ਼ਾਦ ਛਕਣ ਲੱਗ ਗਿਆ। ਪਿੱਛੋਂ ਬੀਬੀ ਦੇ ਮਨ 'ਚ ਖਿਆਲ ਪੈਦਾ ਹੋਇਆ ਕਿ ਪਤਾ ਨਹੀਂ ਨਮਕ ਮੈਂ ਪੂਰਾ ਪਾਇਆ ਜਾਂ ਘੱਟ ਪਾਇਆ। ਹੋਰਾਂ ਨੇ ਵੀ ਪ੍ਰਸ਼ਾਦਾ ਛਕਣਾ ਹੈ ਵੀ ਮੈਂ ਇਹਨਾਂ ਨੂੰ ਇਹ ਪੁੱਛ ਲਾਂ ਜੋ ਛਕਦੇ ਨੇ। ਉਹ ਆਵਾਜ਼ ਦਿੰਦੀ ਹੈ ਵੀ ਮੈਨੂੰ ਐਂ ਦੱਸੋ ਵੀ ਨਮਕ ਠੀਕ ਪਿਆ। ਉਹ ਇੱਕਦਮ ਜਿਵੇਂ ਕੋਈ ਬੰਦਾ ਸੁੱਤਾ ਜਾਗਦਾ ਹੈ, ਇਸ ਤਰ੍ਹਾਂ ਦੇ ਨਾਲ ਉਹਨੂੰ ਜਾਗ ਆਉਂਦੀ ਹੈ। ਕਹਿੰਦੇ ਨਮਕ ਨਹੀਂ ਦੱਸਿਆ, ਕਹਿੰਦਾ ਅਗਲੀ ਬੁਰਕੀ ਪਾ ਕੇ ਦੱਸੋ। ਪਹਿਲੀ ਨਾਲ ਕਿਉਂ ਨਹੀਂ ਦੱਸ ਸਕਿਆ? ਇਸ ਕਰਕੇ ਨਹੀਂ ਦੱਸ ਸਕਿਆ ਕਿ ਚਿੱਤ ਦੀ ਇਕਾਗਰਤਾ ਖਾਣੇ ਵਿੱਚ ਨਹੀਂ ਸੀ। ਮਨ ਜਿਹੜਾ ਸੀ ਉਹ ਕਿਤੇ ਦੌੜਿਆ ਫਿਰਦਾ ਸੀ ਹੋਰ ਥਾਂ ਤੇ, ਉਹਨੂੰ ਨਹੀਂ ਸੀ ਪਤਾ ਵੀ ਮੈਂ ਖਾ ਰਿਹਾ। ਜਿਹੜੀਆਂ ਸਿਆਣੀਆਂ ਬੀਬੀਆਂ ਹੁੰਦੀਆਂ ਜਿਨ੍ਹਾਂ ਨੂੰ ਸੋਝੀ ਹੁੰਦੀ ਹੈ ਤੇ ਉਹ ਮੱਥਾ ਫੜ ਲੈਂਦੀਆਂ ਵੀ ਪ੍ਰਸ਼ਾਦਾ ਤਾਂ ਛਕ ਰਿਹਾ ਹੈ ਪਰ ਇਹਦਾ ਮਨ ਬਾਹਰ ਘੁੰਮ ਰਿਹਾ। ਜੀਭ ਵੀ ਵੱਢੀ ਜਾ ਸਕਦੀ ਹੈ, ਹੋਰ ਵੀ ਕੱਪੜਿਆਂ ਤੇ ਉੱਤੇ ਵੀ ਦਾਲ ਸਬਜ਼ੀ ਗਿਰ ਸਕਦੀ ਹੈ ਜੀ। ਵੀ ਇਹਨੂੰ ਚਿੱਤ ਨੂੰ ਇਕਾਗਰ ਕਰਨ ਨੂੰ ਉਹ ਕਹਿੰਦੀ ਹੈ ਕਿ ਤੁਸੀਂ ਪ੍ਰਸ਼ਾਦਾ ਧਿਆਨ ਨਾਲ ਛਕੋ। ਤੁਹਾਡਾ ਧਿਆਨ ਕਿੱਧਰ ਗਿਆ ਹੈ? ਇਹ ਆਮ ਘਰਾਂ ਦੇ ਵਿੱਚ ਹਰ ਰੋਜ਼ ਸਾਡੇ ਨਾਲ ਗੱਲਾਂ ਬੀਤਦੀਆਂ, ਕਿਉਂਕਿ ਗਹਿਰੀ ਗੱਲ ਜਿਹੜੀ ਹੁੰਦੀ ਹੈ ਉਹ ਮਨ ਚੋਂ ਨਿਕਲਦੀ ਨਹੀਂ ਹੈ। ਪ੍ਰਸ਼ਾਦਾ ਛਕਦੇ ਹਾਂ, ਕੋਈ ਪਤਾ ਨਹੀਂ ਨਮਕ ਆਇਆ ਕਿ ਨਹੀਂ ਹੈ। ਉਹਨੇ ਸਾਰਾ ਜ਼ੋਰ ਲਾ ਕੇ ਬਹੁਤ ਵਧੀਆ ਸਵਾਦ ਬਣਾਇਆ ਹੁੰਦਾ ਹੈ, ਟੇਸਟੀ ਬਣਾਇਆ ਹੁੰਦਾ ਹੈ। ਉਹ ਪੁੱਛਦੇ ਵੀ ਕਿਵੇਂ ਲੱਗਿਆ? ਕਹਿੰਦਾ ਮੈਨੂੰ ਪਤਾ ਹੀ ਨਹੀਂ ਹੈ, ਹੁਣ ਦੱਸ। ਇਹਨੂੰ ਚਿੱਤ ਦੀ ਇਕਾਗਰਤਾ ਕਹਿੰਦੇ ਨੇ। ਚਿੱਤ ਦੀ ਇਕਾਗਰਤਾ ਨਾ ਹੋਵੇ ਦੁਨੀਆ ਦਾ ਕੋਈ ਕੰਮ ਵੀ ਸਿਰੇ ਨਹੀਂ ਚੜਿਆ ਕਰਦਾ। ਤੇ ਐਵੇਂ ਜਿਵੇਂ ਵਾਹਿਗੁਰੂ ਜੀ ਦਾ ਭਜਨ ਨਹੀਂ ਹੁੰਦਾ ਜੇ ਚਿੱਤ ਦੀ ਇਕਾਗਰਤਾ ਨਾ ਹੋਵੇ। ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਦੇ ਅੰਦਰ ਜਦੋਂ ਬੇਈ ਨਦੀ ਚੋਂ ਬਾਹਰ ਆਏ 3 ਦਿਨ ਬਾਅਦ, ਉਸ ਵੇਲੇ ਨਵਾਬ ਨਾਲ ਬਹੁਤ ਸਾਰੇ ਬਚਨ ਹੋਏ ਤੇ ਉਹਨਾਂ ਨੇ ਸਮਝ ਲਿਆ ਵੀ ਗੁਰੂ ਨਾਨਕ ਤਾਂ ਹਿੰਦੂ ਦਾ ਵੀ ਉਨਾ ਹੀ ਹੈ ਜਿੰਨਾ ਮੁਸਲਮਾਨ ਦਾ। ਜੇ ਗੁਰੂ ਨਾਨਕ ਨੂੰ ਕੋਈ ਮੰਦਿਰ 'ਚ ਲੈ ਜਾਵੇ, ਜਿੰਨਾ ਸਤਿਕਾਰ ਇਹਦੇ ਮਨ ਵਿੱਚ ਪ੍ਰਾਰਥਨਾ ਦਾ ਹੈ, ਗਾਇਤਰੀ ਦਾ ਹੈ, ਉਨਾ ਹੀ ਇਹਦੇ ਮਨ ਵਿੱਚ ਨਵਾਜ਼ ਦਾ ਵੀ ਸਤਿਕਾਰ ਹੈ। ਇਹ ਤਿਰਸਕਾਰ ਨਹੀਂ ਕਰਦਾ, ਨਵਾਜ਼ ਨੂੰ ਮਾੜੀ ਨਹੀਂ ਕਹਿੰਦਾ। ਇਹ ਨਵਾਜ਼ ਨੂੰ ਵੀ ਉਨੀ ਉਹ ਚੰਗੀ ਸਮਝਦਾ ਜਿੰਨਾ ਮੰਦਿਰ ਦੇ ਵਿੱਚ ਜਾ ਕੇ ਪ੍ਰਾਰਥਨਾ ਨੂੰ ਸਮਝਦਾ। ਉਹਨਾਂ ਦੇ ਮਨ ਸਾਫ਼ ਹੋ ਜਾਂਦੇ ਨੇ। ਨਵਾਬ ਦੇ, ਕਾਜ਼ੀਆਂ ਦੇ, ਮੁਸਲਮਾਨਾਂ ਦੇ ਕੱਟੜਤਾ ਨਿਕਲ ਜਾਂਦੀ ਹੈ ਤੇ ਨਾਲ ਬੇਨਤੀ ਕਰਦੇ ਆ, ਹੇ ਨਾਨਕ, ਕਿੰਨਾ ਚੰਗਾ ਹੋਵੇ ਜੇ ਤੂੰ ਸਾਡੇ ਨਾਲ ਅੱਜ ਚੱਲ ਕੇ ਨਮਾਜ਼ ਵਿੱਚ ਸ਼ਾਮਿਲ ਹੋਵੇਂ। ਮਹਾਰਾਜ ਕਹਿੰਦੇ ਠੀਕ ਹੈ, ਅਸੀਂ ਪੜ੍ਹਦੇ ਤਾਂ ਹਰ ਵਕਤ ਨਮਾਜ਼ ਤਾਂ ਅਸੀਂ ਹਰ ਵਕਤ ਪੜ੍ਹਦੇ ਹਾਂ, ਪਰ ਚਲੋ ਜੇ ਤੁਸੀਂ ਸਾਰੇ ਰਲ ਕੇ ਪੜ੍ਹਦੇ ਹੋ ਤਾਂ ਵੀ ਅਸੀਂ ਤੁਹਾਡੇ ਨਾਲ ਪੜ੍ਹ ਲੈਂਦੇ ਹਾਂ, ਕਿਉਂਕਿ ਅਸੀਂ 5 ਵਕਤ ਦੇ ਨਮਾਜ਼ੀ ਨਹੀਂ, ਅਸੀਂ 24 ਘੰਟੇ ਦੇ ਨਮਾਜ਼ੀ ਹਾਂ। ਮਹਾਰਾਜ ਨਾਲ ਚਲੇ ਜਾਂਦੇ ਨੇ ਤੇ ਉੱਥੇ ਜਦੋਂ ਨਮਾਜ਼ ਪੜ੍ਹਨੀ ਸ਼ੁਰੂ ਹੁੰਦੀ ਹੈ ਤਾਂ ਇੱਕ ਪਾਸੇ ਹੋ ਕੇ ਬੈਠ ਜਾਂਦੇ ਨੇ। ਨਮਾਜ਼ ਤੋਂ ਬਾਅਦ ਪੁੱਛਿਆ ਜਾਂਦਾ ਹੈ, ਹੇ ਨਾਨਕ, ਤੁਸੀਂ ਨਮਾਜ਼ ਨਹੀਂ ਪੜ੍ਹੀ, ਨਮਾਜ਼ ਪੜ੍ਹਨ ਵਾਸਤੇ ਆਏ ਸੀ, ਕੀ ਤੁਹਾਡੇ ਮਨ ਦੇ ਅੰਦਰ ਨਮਾਜ਼ ਵਾਸਤੇ ਕੋਈ ਦੁਆਇਸ਼ ਹੈ? ਚੰਗਾ ਨਹੀਂ ਸਮਝਦੇ ਤੁਸੀਂ ਨਮਾਜ਼ ਨੂੰ? ਤੁਸੀਂ ਤਾਂ ਇੱਕ ਖੁਦਾ ਨੂੰ ਮੰਨਣ ਵਾਲੇ ਹੋ। ਕਹਿਣ ਲੱਗੇ ਠੀਕ ਹੈ, ਅਸੀਂ ਖੁਦਾ ਨੂੰ ਮੰਨਣ ਵਾਲੇ ਆ, ਅਸੀਂ ਨਮਾਜ਼ ਦਾ ਵੀ ਉਨਾ ਹੀ ਸਤਿਕਾਰ ਕਰਦੇ ਹਾਂ ਜਿੰਨਾ ਅਸੀਂ ਮੰਦਿਰ ਦੇ ਵਿੱਚ ਪ੍ਰਾਰਥਨਾ ਦਾ, ਗਾਇਤਰੀ ਵਗੈਰਾ ਦਾ, ਸੰਧਿਆ ਦਾ। ਫਿਰ ਤੁਸੀਂ ਨਮਾਜ਼ ਨਹੀਂ ਪੜ੍ਹੀ? ਕਹਿੰਦੇ ਮੈਂ ਦੇਖਿਆ ਸੀ, ਮੈਂ ਤਾਂ ਪੜ੍ਹੀ ਹੈ ਜਿਸ ਤਰ੍ਹਾਂ ਮੈਂ ਹਰ ਵਕਤ 24 ਘੰਟੇ ਪੜ੍ਹਦਾ, ਲੇਕਿਨ ਤੁਸੀਂ ਬੜੀ ਮੁਸ਼ਕਲ ਦੇ ਨਾਲ ਟਾਈਮ ਕੱਢ ਕੇ ਆਏ ਸੀ ਵੀ 5 ਵਾਰੀ ਦਿਨ ਵਿੱਚ ਰੱਬ ਨੂੰ ਯਾਦ ਕਰਨਾ ਹੈ। ਉਹ ਵੀ ਤੁਸੀਂ ਇਮਾਨਦਾਰੀ ਨਾਲ ਕਰਿਆ ਨਹੀਂ ਹੈ, ਇਸ ਕਰਕੇ ਮੈਂ ਤਾਂ ਕਰਿਆ, ਤੁਸੀਂ ਨਹੀਂ ਆਏ। ਇਹ ਕਹਿਣੀ ਗੱਲ ਮੈਨੂੰ ਚਾਹੀਦੀ ਸੀ ਜਿਹੜੀ ਤੁਸੀਂ ਮੈਨੂੰ ਕਹਿ ਰਹੇ ਹੋ। ਹੈਰਾਨ ਹੋ ਗਿਆ ਨਵਾਬ। ਕਹਿੰਦੇ ਨਾਲ ਤੇਰਾ ਤਰੀਕਾ ਕੋਈ ਨਮਾਜ਼ ਪੜ੍ਹਨ ਦਾ ਹੋਰ ਹੈ ਤੇ ਸਾਡਾ ਹੋਰ ਹੈ।
महाराज कहते हाँ नवाब साहब तरीके च फर्क होंदा, फार्मूले च फर्क होंदा। जे फार्मूला सही ना होवे इको अलजबरे का सवाल 100 साल नहीं कढ़ होंदा, जिन्ना जोर लगता लाई जाओ। जे फार्मूला होवे 2 मिनट च कढ़ लैंदा। फार्मूले नाल चीज़ बन जाती है। जिन्होंने फार्मूला आउंदा सोना बनाउण दा उन्होंने पता भी है धातां जिहड़ियां ने इकट्ठियां कर दीए तो सोना बन जाता है। अनजान बंदा सारी जिंदगी जोर लाई जाए बनना ही नहीं सोना, वह हजे रह जू, क्योंकि विच कुंडी है किसी चीज़ की, वो नहीं पता सानू। महाराज कहते फार्मूला होंदा हर चीज़ का, हर चीज़ का कोई ना कोई ढंग होंदा है। ते ओहदे नाल जे असी सही तरीके ना करिए तां गल सही बनदी है। जे एक तार भी बाहर रह जाए बाकी चाहे 100 तार जुड़ी हुई है, एक तार जुड़ नहीं सकी, उत्थे ही गल खत्म हो जाएगी। कहते नवाब साहब तुसीं याद करो जदों तुसीं नमाज पढ़दे सी, तुसीं तां घोड़े खरीद रहे सी उत्थे काबल कंधार च, अरे तुसीं दस रहे सी छठी दे नाल भी आ चिट्टा घोड़ा लेना मेरी सवारी वास्ते, आ भारे घोड़े तोपखाना खिंचण वास्ते लेने, तोपा खिंचण वास्ते, आ सवारी वास्ते लेने, आ फौज वास्ते लेने, सरंग घोड़े इन्ने लेने, वे घोड़े इन्ने लेने ने। तुसीं तां उत्थे दस रहे सी, नमाज तां तुसीं पढ़ी नहीं। उसे वेले नवाब ने दोए कन्नां नूं फड़ लिया, कहण लग्या वली अल्लाह, सुभान अल्लाह सुभान अल्लाह। हे नानक तू तो मेरी अंदर की गल सारी जानदा, सचमुच मैं तो काबल कंधार फिरदा सी। कहते फिर तेरी नमाज कजा होगी, कजा खंडत होगी, तेरी नमाज था नहीं पई, क्योंकि तू वाहिगुरू नूं हाजर नाजर जान के नहीं सी नमाज पढ़ी, एक फर्ज पूरा करदा सी अखरां दा। तेरा नंबर गलत घूम रहा सी, परमेश्वर वाला नंबर नहीं सी घुमाया, तैं होर थां दे उत्ते टैलीफोन दे नंबर घुमाउंदा रहा, कोड नहीं सी लाया, वो देश बोलिया नहीं जिहदा कोड तैं लाउणा सी। हुण जे अमरीका नूं टैलीफोन करना होवे तां 001 कोड लगदा, जे ना लाओ पे नंबर घुमाई जाओ दिन रात नहीं बोलता। इंग्लैंड नूं करना होवे 0044 पहला घुमाउणा पैंदा। कहते तेरा कोड गलत सी, तेरा कोड जड़ा सी घुमिया होया काबल बोल रहा सी, तेरे घोड़ियां दे जिहड़े खरीदण वास्ते अफसर गए ने उन्हां दे नाल तेरी टैलीफोन अंदरला गल कर रहा सी, रब नाल तां तेरी गैरहाजरी सी। काजी ने पूछया, महाराज कहते काजी साहब तेरा भी नंबर गलत घुमदा सी, तू घर विच घोड़ी सोई हुई सी, बछेरी नूं खूही दे विच गिरन तो रोकदा रहा। नमाज तां पढ़ी नहीं तुसीं दोवां ने, ना किसी ने होर ने पढ़ी है। हे नानक फिर नमाज पढ़न की जुगत दस। महाराज कहते पहला चित्त की एकाग्रता होनी चाहिए, फिर रब दे उत्ते विश्वास अल्लाह ताला ते भी वो मेरे नाल है, मैनू देख रहा नमाज पढ़ते। जे मेरे ते भुल हो गई गलती हो गई भी गलत हो जू। तीसरी होया करदी है पै अदब, पैगियां दे सलाइयां नैनी, भाव कर सिगार। अदब की बात होनी चाहिए है, तुहाडे मन में अदब नहीं सी, इस करके पै नहीं डर नहीं सी, मौज नाल मन उडारियां मारदा सी। कहते ये तो गल गलत हो गई, ये तो थकेवा थोड़े पल्ले पिया है, उड़त बैठ करी है, शरीर नूं तां फायदा हो गया भी थोड़ी जी वर्जिश कर ली, लेकिन रब दे दर ते नहीं कबूल पे। उस वेले गुरु नानक नूं पुछदे ने, हे नानक आप कृपा करके दसो भी मन एकाग्र किवें होए, चित्त किवें एकाग्र होए। महाराज कहते चित्त दे विच बख्शे 5 बिरतियां ने, उन्हां चों जिहड़ी बख्शेपता दी बिरती है वो इहनूं हिल जुल च रखदी है, हर वक्त इहनूं नठाई फिरदी है। सो इन्हां बिरतियां नूं काबू करो। जब तक मन विच वासनावां जमा ने बिरतियां काबू नहीं होंदियां, वासनावां ने मन नूं लैके जाना। जब तक मन रसां दे नाल लग्या होया है, शब्द स्पर्श रूप रस गंध, कोई गल सुनी कान ने उधर नूं निकल जाना सुरत नूं लैके बई सुन की कहंदा, ओह देख कौन आउंदा, अखां राहीं मन नूं नठा लेना बिरती नूं।
इस तरह के नाल मन पंजा ही द्वारियां थई, 10 ही द्वारियां थई दौड़िया ही फिरदा, क्योंकि बाशनावां अंदर काम कर रही हैं। जब तक बाशना नहीं मरदी चित्त नहीं एकाग्र होंदा। पर फिर भी असीं तुहानूं दसदे हां, खास करके अपनी संगत नूं, कि चित्त दे एकाग्र करन दा तरीका यह है कि नेत्रां दे नाल गुरु स्वरूप दा दर्शन करो, ਕੰਨਾਂ ਦੇ ਨਾਲ बहुत अटेंटिव हो के सुनो भी गल की कहते, कोई रह ना जावे। ते रसना दे नाल जो कुछ बोलिया जा रहा है उस तरह गज बज के शब्द च बोलो। बुद्धि दे नाल विचार करके हिरदे च धारण करो भी आह गल तां हिरदे च धारण करन वाली है। फिर उसदे बाद अंतरंग सत्संग करो घर जाके, ते फिर उहनूं मनो। फिर देखो सत्संग का फल कितना हुंदा। किन्ने साल हो गए मैनू इत्थे सत्संग करदे नूं, लेकिन जब मैं गहरी नज़र नाल देखदा तो मैनू पता लगता भी ये स्टूडेंट अजे पहली दूजी चों गाह नहीं लंघ सके, क्योंकि कारण यह है कि पढ़ते नहीं है। जदों बचन हुंदे ने मन घूमते ने ते अंदर फैसला नहीं हुंदा, शरधा घट हुंदी है, रब दे उत्ते विश्वास ना होण करके वो तरक्की नहीं कर रहे जिहड़ी कर लेनी चाहिए। पैरा नहीं दिंदे उस गल दे उत्ते। सत्संग तो बाद मुड़ के फिर कलयुग के थल्ले चल जाते हैं। वो कलयुग सब कुछ धो धा के परे मारदा। जीवन जिहड़ा है बाहरले पासियों तो लगता भी बहुत वधिया हो गया, लोग नमस्कारा भी करते हैं, सत्कार भी करते हैं भी जी ये तो भला पुरुष है, बाणी पढ़ता है, अमृत वेले जागदा है, सत्संग जांदा, आसा दी वार लाउंदे ने, तड़कियों उठ के जाते हैं। पर वो मन नहीं बदलता, उत्थे का उत्थे ही खड़ा है। कारण यह है कि वो कदे इस फार्मूले के नाल करता नहीं है। जे करे तो उहदे विच फर्क पै जाए, क्यों ये बाणी का विश्वास होना है। बाणी ने कोई बल रहन नहीं देना, सारे कढ़दे। सो इस करके जो तरीका है चित्त की एकाग्रता का, हरि का जस करन दा, उहदे बारे महाराज जी इस तरह फरमान करते हैं। कन्नी सुनिए गुरां दी वही बाणी, जीवा नाल नाम जपीए। सुनिए गुरां दी बाणी, जीवा नाल नाम जपीए।
ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਜੀ। ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਨੀਤ। ਕਹਿੰਦੇ ਸੰਗਤ ਕਰ ਤੇ ਪਰਮੇਸ਼ਰ ਨੂੰ ਯਾਦ ਰੱਖ ਤੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਏਗਾ, ਚਾਹੇ ਜਾਣ ਕੇ ਕੀਤੇ ਨੇ ਚਾਹੇ ਅਣਜਾਣੇ ਚ ਹੋਵੇ। ਮਹਾਰਾਜ ਕਹਿੰਦੇ ਇਸ ਗੱਲ ਨੂੰ ਸੁਣ ਕੇ ਹੁਣ ਦੇਰ ਨਾ ਕਰੀ। ਕਿਉਂ ਨਾ ਦੇਰ ਕਰੀਏ? ਕਹਿੰਦੇ ਹੁਣੇ ਕਰ ਲੈਣਾ ਚਾਹੀਦਾ। ਜੋ ਕੁਝ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਾਰ। ਪਛਤਾਵਾ ਰਹਿ ਜਾਂਦਾ। ਬਾਰੰਬਾਰਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਕਿਆ ਸੋਚੈ ਕਿਆ ਸੋਚੈ